ਦੋ ਪਲ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ। ਆਸ ਕਰਦਾ ਵੀ ਤੁਸੀਂ ਬਹੁਤ ਵਧੀਆ ਹੋਵੋਗੇ। ਹਰ ਰੋਜ਼ ਦੀ ਤਰ੍ਹਾਂ ਅੱਜ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ। ਆਸ ਕਰਦਾ ਤੁਹਾਨੂੰ ਵਧੀਆ ਲੱਗੇਗਾ। ਟੋਹ ਟੌਹਰ ਬਣਾਉਣ ਵਾਲੇ ਪ੍ਰਿੰਸੀਪਲ ਰਿਟਾਇਰ ਨਰਿੰਦਰ ਸਿੰਘ ਜੀ ਦਾ ਲਿਖਿਆ ਹੋਇਆ ਇਹ ਤੁਹਾਡੇ ਰੂਬਰੂ ਕਰ ਰਿਹਾ। ਤੁਹਾਨੂੰ ਪੜ੍ਹ ਕੇ ਸੁਣਾਵਾਂਗਾ। ਆਸ ਕਰਦਾ ਵਧੀਆ ਲੱਗੂਗਾ। ਚੀਮਾ ਸਾਹਿਬ ਪੁਰਾਣੇ ਮਿੱਤਰ ਹਨ। ਮੇਰੇ ਨੇੜਲੀ ਕਲੋਨੀ ਵਿੱਚ ਹੀ ਰਹਿੰਦੇ ਹਨ। ਬਹੁਤ ਮਿਲਣਸਾਰ ਅਤੇ ਸਾਊ ਸੁਭਾਅ ਦੇ ਮਾਲਕ ਹਨ। ਅਕਸਰ ਮਿਲਦੇ ਰਹਿੰਦੇ ਹਨ। ਕਦੇ ਕਦੇ ਫੋਨ ਵੀ ਕਰ ਲੈਂਦੇ ਹਨ। ਮੈਂ ਫੋਨ ਕਰਨ 'ਚ ਅਕਸਰ ਫਾਡੀ ਰਹਿੰਦਾ ਹਾਂ। ਚੀਮਾ ਸਾਹਿਬ ਨੇ ਸਾਲ ਪਹਿਲਾਂ ਆਪਣੇ ਪੁੱਤਰ ਦਾ ਸ਼ਾਨਦਾਰ ਵਿਆਹ ਕੀਤਾ। ਪੁੱਤਰ ਚੰਡੀਗੜ੍ਹ ਸੈੱਟ ਹੈ। ਧੀ MBBS ਪੂਰੀ ਕਰਕੇ MD ਦੀ ਤਿਆਰੀ ਕਰ ਰਹੀ ਹੈ। ਪਤਨੀ ਸੀਨੀਅਰ ਫਾਰਮਾਸਿਸਟ ਹੈ। ਆਪਣੀ 8-10 ਕਿੱਲੇ ਜ਼ਮੀਨ ਵੀ ਹੈ। ਭਾਵ ਬਹੁਤ ਖੁਸ਼ਹਾਲ ਪਰਿਵਾਰ ਹੈ। ਸ਼ੁਰੂਆਤੀ ਦਿਨਾਂ ਦੌਰਾਨ ਮੈਂ ਅਤੇ ਚੀਮਾ ਸਾਹਿਬ ਨੇ ਕੁਝ ਸਾਲ ਇਕੱਠਿਆਂ ਸ਼ਹਿਰ ਦੇ ਵੱਡੇ ਪਬਲਿਕ ਸਕੂਲ ਵਿੱਚ ਬਤੌਰ PGT ਨੌਕਰੀ ਕੀਤੀ। ਬਾਅਦ ਵਿੱਚ ਉਹਨਾਂ ਦੀ ਸਰਕਾਰੀ ਪੋਲੀਟੈਕਨਿਕ ਕਾਲਜ ਅਤੇ ਮੇਰੇ ਸਰਕਾਰੀ ਸਕੂਲ ਵਿੱਚ ਬਤੌਰ ਲੈਕਚਰਾਰ ਨਿਯੁਕਤੀ ਹੋ ਗਈ। ਸਬੱਬੀ ਸਾਡੀ ਦੋਵਾਂ ਦੀ ਸੇਵਾ ਮੁਕਤੀ ਦੀ ਮਿਤੀ ਵੀ ਇੱਕੋ ਹੀ ਹੈ। ਉਹ ਸੀਨੀਅਰ ਲੈਕਚਰਾਰ ਅਤੇ ਮੈਂ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਾਂ। ਸੇਵਾ ਮੁਕਤੀ ਤੋਂ ਕੁਝ ਦਿਨ ਪਹਿਲਾਂ ਚੀਮਾ ਸਾਹਿਬ ਨੇ ਗੱਲਾਂ ਬਾਤਾਂ ਦੌਰਾਨ ਕਿਹਾ ਕਿ ਆਪਣੀ ਵਿਦਾਇਗੀ ਪਾਰਟੀ 'ਚ ਉਹਨਾਂ ਨੂੰ ਬੁਲਾਉਣਾ ਨਾ ਭੁੱਲਣਾ। ਮੈਂ ਵਿਸ਼ਵਾਸ ਦਿਵਾਇਆ ਕਿ ਜ਼ਰੂਰ ਯਾਦ ਰੱਖਾਂਗਾ। ਸੇਵਾ ਮੁਕਤੀ ਤੋਂ ਮਹੀਨਾ ਕੁ ਬਾਅਦ ਚੀਮਾ ਸਾਹਿਬ ਨੇ ਸ਼ਾਮ ਦੀ ਚਾਹ ਇਕੱਠਿਆਂ ਪੀਣ ਲਈ ਸੱਦਾ ਦਿੱਤਾ। ਮੈਂ ਅਤੇ ਮੇਰੀ ਪਤਨੀ ਦਿੱਤੇ ਸਮੇਂ 'ਤੇ ਉਹਨਾਂ ਦੇ ਘਰ ਪਹੁੰਚ ਗਏ। ਕਾਫੀ ਦੇਰ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਉਹ 4-5 ਛੋਟੀਆਂ ਐਲਬਮਾਂ ਚੁੱਕ ਲਿਆਏ ਅਤੇ ਦੱਸਿਆ ਕਿ ਇਹ ਉਹਨਾਂ ਦੀ ਵਿਦਾਇਗੀ ਦੀਆਂ ਵੱਖ-ਵੱਖ ਪਾਰਟੀ ਦੀਆਂ ਐਲਬਮਾਂ ਹਨ। ਕੁੱਲ 5 ਵਿਦਾਇਗੀ ਪਾਰਟੀਆਂ ਹੋਈਆਂ ਸਨ। ਮੈਨੂੰ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਾ ਕਰਨ ਦਾ ਮੈਨੂੰ ਕੋਈ ਮਲਾਲ ਨਹੀਂ ਸੀ, ਪਰ ਮੇਰੀ ਪਤਨੀ ਤੋਂ ਰਿਹਾ ਨਾ ਗਿਆ। ਉਹ ਝੱਟ ਬੋਲੀ, ਵੀਰ ਜੀ ਤੁਸੀਂ ਸਾਨੂੰ ਕਿਸੇ ਵੀ ਪਾਰਟੀ ਵਿੱਚ ਯਾਦ ਨਹੀਂ ਕੀਤਾ। ਚੀਮਾ ਸਾਹਿਬ ਨੇ ਕਿਹਾ ਕਿ ਗਲਤੀ ਉਹਨਾਂ ਤੋਂ ਹੋਈ ਹੈ। ਮੈਂ ਕਿਹਾ ਕਿ ਪਾਰਟੀ ਦੀ ਬਜਾਏ ਇੱਦਾਂ ਹੀ ਮਿਲਦੇ ਰਹਿਣਾ ਸਗੋਂ ਵਧੀਆ ਗੱਲ ਹੈ। ਕੁਝ ਦਿਨਾਂ ਬਾਅਦ ਚੀਮਾ ਸਾਹਿਬ ਦੀ ਸਿਹਤ ਨਾਸਾਜ਼ ਹੋਣ ਬਾਰੇ ਪਤਾ ਲੱਗਿਆ। ਮਿਲਣ ਗਏ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ HIV ਕਾਫੀ ਘੱਟ ਹੈ, ਇਲਾਜ ਚੱਲ ਰਿਹਾ ਹੈ। ਉਹਨਾਂ ਦੇ ਕਈ ਰਿਸ਼ਤੇਦਾਰ ਡਾਕਟਰ ਹਨ, ਧੀ ਵੀ ਡਾਕਟਰ ਹੈ ਅਤੇ ਉਹਨਾਂ ਦੀ ਪਤਨੀ ਖੁਦ ਸਿਹਤ ਵਿਭਾਗ ਵਿੱਚ ਹੈ। ਇਸ ਲਈ ਮੈਂ ਆਪਣੇ ਵੱਲੋਂ ਇਲਾਜ ਬਾਰੇ ਕੋਈ ਸਲਾਹ ਦੇਣੀ ਵਾਜਬ ਨਹੀਂ ਸਮਝੀ ਅਤੇ ਉਹਨਾਂ ਨੂੰ ਜਲਦੀ ਠੀਕ ਹੋਣ ਦਾ ਦਿਲਾਸਾ ਦੇ ਕੇ ਜਾਣ ਦੀ ਆਗਿਆ ਲਈ। ਚੀਮਾ ਸਾਹਿਬ ਦੇ ਗੁਆਂਢ ਬੜਿੰਗ ਸਾਹਿਬ ਮੇਰੇ ਅਤੇ ਚੀਮਾ ਸਾਹਿਬ ਦੇ ਸਾਂਝੇ ਮਿੱਤਰ ਹਨ। ਬਹੁਤ ਹੀ ਸੰਜੀਦਾ ਅਤੇ ਜ਼ਿੰਮੇਵਾਰ ਸ਼ਖਸ, ਹਮੇਸ਼ਾ ਸਾਥ ਦੇਣ ਵਾਲੇ। ਮੇਰੇ ਅਤੇ ਚੀਮਾ ਸਾਹਿਬ ਅਤੇ 1.5 ਸਾਲ ਪਹਿਲਾਂ ਉਹਨਾਂ ਵੀ ਸਰਕਾਰੀ ਸਕੂਲ ਵਿੱਚੋਂ ਲੈਕਚਰਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। ਹਰ ਦੁੱਖ ਸੁੱਖ ਵਿੱਚ ਅਸੀਂ ਤਿੰਨੋਂ ਇੱਕ ਦੂਜੇ ਦਾ ਸਾਥ ਦਿੰਦੇ ਹਾਂ। ਚੀਮਾ ਸਾਹਿਬ ਨਾਲ ਮੁਲਾਕਾਤ ਤੋਂ 4-5 ਦਿਨਾਂ ਬਾਅਦ ਬੜਿੰਗ ਸਾਹਿਬ ਦਾ ਫੋਨ ਆਇਆ ਕਿ ਚੀਮਾ ਸਾਹਿਬ ਹਸਪਤਾਲ ਦਾਖਲ ਹਨ, ਪਰ ਠੀਕ ਠਾਕ ਹਨ। ਮੇਰੇ ਹਸਪਤਾਲ ਪਹੁੰਚਣ ਸਮੇਂ ਉਹ ਸੁੱਤੇ ਹੋਏ ਸਨ। ਸਟਾਫ ਤੋਂ ਜਾਣਕਾਰੀ ਮਿਲੀ ਕਿ ਉਹਨਾਂ ਨੂੰ ਖੂਨ ਚੜ੍ਹਾਇਆ ਜਾ ਰਿਹਾ ਹੈ। ਸਵੇਰੇ ਸਰਦਾਰ ਜੀ ਉਹਨਾਂ ਨੂੰ ਲੈ ਕੇ ਆਏ ਸਨ। ਉਹਨਾਂ ਨੇ ਇੱਥੇ ਹੀ ਦਾਖਲ ਕਰਵਾਇਆ। ਉਹ ਹੁਣੇ ਕੁਝ ਸਮੇਂ ਲਈ ਗਏ ਹਨ। ਮੈਂ ਤੁਰੰਤ ਬੜਿੰਗ ਸਾਹਿਬ ਨੂੰ ਫੋਨ ਮਿਲਾਇਆ। ਉਹਨਾਂ ਦੱਸਿਆ ਕਿ ਸਵੇਰੇ ਚੀਮਾ ਸਾਹਿਬ ਦਾ ਫੋਨ ਆਇਆ ਸੀ। ਉਹਨਾਂ ਦੱਸਿਆ ਕਿ ਉਹ ਇਕੱਲੇ ਘਰ ਹਨ ਅਤੇ ਸਿਹਤ ਠੀਕ ਨਾ ਹੋਣ ਕਾਰਨ ਤਕਲੀਫ ਵਿੱਚ ਹਨ। ਮੈਂ ਉਹਨਾਂ ਨੂੰ ਹਸਪਤਾਲ ਲੈ ਗਿਆ। ਇਸ ਬਾਰੇ ਚੀਮਾ ਸਾਹਿਬ ਦੀ ਪਤਨੀ ਨੂੰ ਵੀ ਦੱਸ ਦਿੱਤਾ। ਹਸਪਤਾਲ ਪ੍ਰਾਈਵੇਟ ਹੈ, ਇਸ ਲਈ 10-15 ਹਜ਼ਾਰ ਐਡਵਾਂਸ ਜਮ੍ਹਾਂ ਕਰਵਾ ਦਿੱਤਾ ਹੈ। ਮੈਂ ਖਾਣਾ ਖਾਣ ਘਰ ਆਇਆ ਹਾਂ, ਫਿਰ ਚੱਕਰ ਮਾਰਾਂਗਾ। ਚੀਮਾ ਸਾਹਿਬ ਦਾ ਪੁੱਤਰ ਚੰਡੀਗੜ੍ਹ ਅਤੇ ਪਤਨੀ ਕਿਸੇ ਜ਼ਰੂਰੀ ਕੰਮ ਲਈ ਸ਼ਹਿਰੋਂ ਬਾਹਰ ਹੋਣ ਕਾਰਨ ਦੁਪਹਿਰ ਬਾਅਦ ਹਸਪਤਾਲ ਪੁੱਜੇ। ਚੀਮਾ ਸਾਹਿਬ 2 ਦਿਨ ਹਸਪਤਾਲ ਰਹੇ।
ਚੀਮਾ ਸਾਹਿਬ ਦੇ ਭੈਣ ਭਰਾ, ਜੀਜੇ ਸਾਲੇ ਅਤੇ ਹੋਰ ਸਕੇ ਸੰਬੰਧੀ ਸਭ ਚੰਗੇ ਅਹੁਦਿਆਂ 'ਤੇ ਹਨ। ਉਹਨਾਂ ਦੇ ਰਿਸ਼ਤੇਦਾਰ ਏਡੀਸੀ ਅਤੇ ਕੈਬਨਿਟ ਮੰਤਰੀ ਵੀ ਰਹੇ ਹਨ। ਪੁੱਤਰ ਦੇ ਵਿਆਹ ਦੇ ਵੱਖ-ਵੱਖ ਸਮਾਗਮਾਂ ਵਿੱਚ ਰਿਸ਼ਤੇਦਾਰ, ਮਿੱਤਰਾਂ, ਆਂਢ ਗੁਆਂਢ ਤੋਂ ਇਲਾਵਾ ਉਹਨਾਂ ਦੇ ਕਾਲਜ ਦਾ ਪੂਰਾ ਸਟਾਫ ਅਤੇ ਕਲੋਨੀ ਦਾ ਹਰ ਪਰਿਵਾਰ ਵਿਆਹ ਸਮਾਗਮ ਵਿੱਚ ਪਹੁੰਚਿਆ ਸੀ। ਹਰ ਸਮਾਗਮ ਵਿੱਚ ਚੰਗਾ ਇਕੱਠ ਸੀ ਅਤੇ ਹਰ ਸਮਾਗਮ ਵਿੱਚ ਪ੍ਰਬੰਧ ਵੀ ਲਾਜਵਾਬ ਸੀ। ਚੀਮਾ ਸਾਹਿਬ ਦੇ ਬਹੁਤੇ ਰਿਸ਼ਤੇਦਾਰ ਇਸੇ ਸ਼ਹਿਰ ਵਿੱਚ ਆਸ-ਪਾਸ ਹੀ ਰਹਿੰਦੇ ਹਨ ਅਤੇ ਸਾਰਿਆਂ ਦਾ ਆਪਸ ਵਿੱਚ ਚੰਗਾ ਮੇਲ-ਜੋਲ ਹੈ। ਗੱਲਾਂ ਬਾਤਾਂ ਦੌਰਾਨ ਉਹ ਕਦੇ-ਕਦੇ ਕਹਿੰਦੇ ਹਨ ਕਿ ਜ਼ਿਆਦਾਤਰ ਲੋਕ ਸਿਰਫ ਟੌਰ ਬਣਾਉਣ ਦੇ ਕੰਮ ਆਉਂਦੇ, ਸਜਾਵਟੀ ਸਮਾਨ ਵਾਂਗ, ਵੈਸੇ ਉਹ ਕਿਸੇ ਕੰਮ ਨਹੀਂ ਆਉਂਦੇ। ਕੁਝ ਦਿਨਾਂ ਬਾਅਦ ਉਹਨਾਂ ਨੂੰ ਇਲਾਜ ਲਈ ਦਿੱਲੀ ਜਾਣਾ ਪਿਆ। ਦਿੱਲੀ ਜਾਣ ਸਮੇਂ ਉਹਨਾਂ ਵੜਿੰਗ ਸਾਹਿਬ ਨੂੰ ਫੋਨ 'ਤੇ ਦੱਸ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਜੇਕਰ ਵੜਿੰਗ ਸਾਹਿਬ ਜਾਂ ਮੇਰੀ ਦਿੱਲੀ ਆਉਣ ਦੀ ਜ਼ਰੂਰਤ ਪਈ ਤਾਂ ਉਹ ਦੱਸਣਗੇ। ਸ਼ਾਇਦ ਉਹਨਾਂ ਨੂੰ ਮੇਰੇ ਅਤੇ ਵੜਿੰਗ ਸਾਹਿਬ ਉੱਤੇ ਕਾਫੀ ਭਰੋਸਾ ਸੀ। ਖੈਰ, ਜਲਦੀ ਹੀ ਉਹ ਸਿਹਤਯਾਬ ਹੋ ਕੇ ਘਰ ਵਾਪਸ ਆ ਗਏ। ਮੈਨੂੰ ਜਾਂ ਵੜਿੰਗ ਸਾਹਿਬ ਨੂੰ ਦਿੱਲੀ ਜਾਣ ਦੀ ਲੋੜ ਨਹੀਂ ਪਈ। ਚੀਮਾ ਸਾਹਿਬ ਦੇ ਇਲਾਜ ਦੌਰਾਨ ਉਹਨਾਂ ਦੇ ਪਰਿਵਾਰ ਦੇ 3 ਜੀਆਂ ਅਤੇ ਛੋਟੇ ਭਰਾ ਤੋਂ ਇਲਾਵਾ ਹੋਰ ਕੋਈ ਕਿਧਰੇ ਨਜ਼ਰ ਨਹੀਂ ਆਇਆ। ਪਤਾ ਨਹੀਂ ਚੀਮਾ ਸਾਹਿਬ ਨੇ ਹੋਰ ਕਿਸੇ ਨਾਲ ਆਪਣੀ ਕੋਈ ਗੱਲ ਸਾਂਝੀ ਕੀਤੀ ਸੀ ਜਾਂ ਨਹੀਂ, ਪਰ 2 ਗੱਲਾਂ ਦੀ ਤਸੱਲੀ ਜ਼ਰੂਰ ਮਿਲੀ ਕਿ ਚੀਮਾ ਸਾਹਿਬ ਸਿਹਤਯਾਬ ਹੋ ਕੇ ਘਰ ਆ ਗਏ ਹਨ। ਦੂਜਾ, ਉਹਨਾਂ ਮੈਨੂੰ ਅਤੇ ਵੜਿੰਗ ਸਾਹਿਬ ਨੂੰ ਸਿਰਫ ਟੌਰ ਬਣਾਉਣ ਵਾਲੇ ਸਜਾਵਟੀ ਸਮਾਨ ਦੀ ਲਿਸਟ ਤੋਂ ਬਾਹਰ ਰੱਖਿਆ। ਇਹੀ ਅੱਜ ਕੱਲ੍ਹ ਦਾ ਵਰਤਾਰਾ ਹੋ ਰਿਹਾ ਆਪਣੇ ਖੁਸ਼ੀਆਂ ਦੇ। ਜੋ ਆਪਾਂ ਕੋਈ ਪ੍ਰੋਗਰਾਮ ਕਰਦੇ ਹਾਂ ਜਾਂ ਕੋਈ ਉਹ ਬੰਦਿਆਂ ਦੀ ਆਪਾਂ ਖ਼ਾਸ ਤੌਰ 'ਤੇ ਕਹਿੰਦੇ ਹਾਂ ਯਾਰ ਉਹਨੂੰ ਬੁਲਾਓ, ਉਹਨੂੰ ਉਹ ਫਲਾਣੇ ਰਿਸ਼ਤੇਦਾਰ ਨੂੰ ਬੁਲਾਓ, ਟੌਰ ਬਣੂਗੀ, ਐਂ ਹੋਊਗਾ। ਇੱਕ ਲੋਕ ਦਿਖਾਵਾ, ਸਜਾਵਟੀ ਰਿਸ਼ਤੇਦਾਰ ਹੁੰਦੇ ਨੇ ਉਹ। ਇੱਕ ਲੋਕ ਦਿਖਾਵਾ ਹੋ ਕੇ ਰਹਿ ਗਿਆ ਵੀ ਹਾਂ ਫਲਾਣਾ ਮੇਰੇ ਘਰੇ ਆਇਆ, ਫਲਾਣੇ ਸ਼ਹਿਰ ਦਾ ਫਲਾਣਾ ਅਫਸਰ, ਫਲਾਣਾ ਧਿਮਕਾ, ਫਲਾਣਾ MLA, ਫਲਾਣਾ ਉਹ ਮੇਰੇ ਘਰ ਆ ਕੇ ਗਿਆ ਮੇਰੇ ਖੁਸ਼ੀ ਦੇ ਪ੍ਰੋਗਰਾਮ 'ਤੇ। ਪਰ ਤੁਸੀਂ ਕਦੇ ਦੇਖੋਗੇ ਉਹ ਬਹੁਤ ਘੱਟ ਹੀ ਲੋਕ ਦੁੱਖ ਸੁੱਖ ਵਿੱਚ ਵਰਤਦੇ ਨੇ। ਦੁੱਖ ਸੁੱਖ 'ਚ ਸਿਰਫ ਆਪਣਾ ਖਾਸ ਮਿੱਤਰ ਹੀ ਕੰਮ ਆਉਂਦਾ ਹੈ, ਜਿਹਦੇ ਆਪਾਂ ਨੇੜੇ ਰਹਿੰਦੇ ਹਾਂ ਜਾਂ ਸਿਰਫ ਆਪਾਂ ਨੂੰ ਦਿਲ ਤੋਂ ਜਾਣਦਾ, ਮੋਹ ਮੁਹੱਬਤ ਹੁੰਦੀ ਹੈ। ਦੂਸਰੇ ਜਿਹੜੇ ਵੱਡੇ ਅਹੁਦਿਆਂ ਵਾਲੇ ਵੱਡੇ ਲੋਕ, ਉਹ ਤਾਂ ਸਿਰਫ ਸਜਾਵਟੀ ਸਮਾਨ ਦੀ ਤਰ੍ਹਾਂ ਹਨ, ਜਿਨ੍ਹਾਂ ਨੂੰ ਕਿਸੇ ਪ੍ਰੋਗਰਾਮ 'ਤੇ ਸਜਾਵਟ ਲਈ ਹੀ ਬੁਲਾਇਆ ਜਾਂਦਾ ਹੈ। ਸਾਨੂੰ ਬਚਣਾ ਚਾਹੀਦਾ ਇਹੋ ਜਿਹੇ ਸਜਾਵਟੀ ਸਮਾਨ ਤੋਂ, ਜਿਨ੍ਹਾਂ ਨਾਲ ਮਿੱਤਰ ਪਿਆਰਤਾ, ਜਿਹੜੇ ਸਾਡੇ ਮੁਸੀਬਤ 'ਚ ਕੰਮ ਆਉਂਦੇ ਨੇ। ਸਾਨੂੰ ਖਾਸ ਕਰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨਾਲ ਹੀ ਖੁਸ਼ੀਆਂ ਵੰਡੀਆਂ ਚਾਹੀਦੀਆਂ ਨੇ, ਕਿਉਂਕਿ ਉਹ ਸਾਡਾ ਦੁੱਖ ਵੰਡਾਉਂਦੇ ਹਨ। ਅਮੀਰ ਲੋਕ ਟੌਰ ਨਾਲ ਆਊਗਾ, ਪਰ ਸਾਡਾ ਕਈ ਵਾਰੀ ਕੋਈ ਗਰੀਬ ਸਾਥੀ, ਕੋਈ ਦੋਸਤ ਮਿੱਤਰ ਜੋ ਸਾਤੋਂ ਉਹ ਹੋਊਗਾ, ਉਹ ਵੱਧ ਚੜ੍ਹ ਕੇ ਹਿੱਸਾ ਲਊਗਾ, ਉਹ ਵੱਧ ਚੜ੍ਹ ਕੇ ਪਿਆਰ ਕਰੂਗਾ। ਸਾਨੂੰ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਵੀ ਇਸ ਸਜਾਵਟੀ ਸਮਾਨ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਧੰਨਵਾਦ ਜੀ। ਕੱਲ੍ਹ ਨੂੰ ਫੇਰ ਕਿਸੇ ਹੋਰ ਵਿਸ਼ੇ ਨਾਲ ਤੁਹਾਡੇ ਰੂਬਰੂ ਹੋਵਾਂਗੇ।